ਕੈਨੇਡਾ ਨੂੰ ਤੁਸੀਂ ਵੀ ਜ਼ਿਆਦਾ ਪ੍ਰਮੋਟ ਕਰਦੇ ਹੋ। ਤੁਸੀਂ ਇਹ ਤਾਂ ਨਹੀਂ ਕਰਦੇ ਵੀ ਕੈਨੇਡਾ ਦੇ ਤੁਹਾਡੇ ਵੀ ਸ਼ਾਇਦ ਵੀਜ਼ੇ ਨਹੀਂ ਆ ਰਹੇ, ਤੁਹਾਨੂੰ ਬਿਹਤਰ ਪਤਾ ਹੋਊਗਾ ਕਿ ਤੁਹਾਡੇ ਵੀਜ਼ੇ ਆ ਰਹੇ ਨੇ ਜਾਂ ਨਹੀਂ ਆ ਰਹੇ, ਤਾਂ ਤੁਸੀਂ ਵੀ ਮਤਲਬ ਆਸਟ੍ਰੇਲੀਆ ਦੇ ਵੱਲ ਬੱਚੇ ਨਾ ਜਾਣ, ਤੁਹਾਡੇ ਕੈਨੇਡਾ 'ਤੇ ਰੁਕੇ ਰਹਿਣ, ਤਾਂ ਨਹੀਂ ਤੁਸੀਂ ਕਹਿ ਰਹੇ ਕਿ ਏਜੰਟਾਂ ਦੀ ਹੱਥ 'ਚ ਹੀ ਹੁੰਦਾ ਵੀ ਕਿਹੜੇ ਪਾਸੇ ਕਿਹਨੂੰ ਲੈ ਕੇ ਜਾਣਾ। ਡੇਟ ਚੈੱਕ ਕਰੋ ਤਾਂ 1 ਸਤੰਬਰ 2 ਸਤੰਬਰ 3 ਸਤੰਬਰ ਦੇ ਵੀਜ਼ੇ ਤਾਂ ਇਹ ਵੀਜ਼ੇ ਉਹ ਹੈ ਜਿਹੜੇ ਸਾਡੇ ਲਾਕਡਾਊਨ ਦੇ ਵਿੱਚ ਜਾਂ ਲਾਕਡਾਊਨ ਤੋਂ ਪਹਿਲਾਂ ਫਾਈਲਾਂ ਲੱਗੀਆਂ ਸੀ। ਇਹ ਅੱਜ ਦੇ ਦਿਨ ਦੇ ਵੀਜ਼ੇ ਸਿਰ ਇੱਕ ਦਿਨ ਦੇ ਮੇਰੇ ਕੋਲ 22 AIP ਆਏ ਆ। ਤੇ ਗੱਲ ਕਰੀਏ ਆਸਟ੍ਰੇਲੀਆ ਦੀ, ਆਸਟ੍ਰੇਲੀਆ ਵੀਜ਼ਾ ਦੇ ਰਿਹਾ ਸੀਗਾ, ਆਸਟ੍ਰੇਲੀਆ ਦੇ ਪਹਿਲਾਂ ਵੀਜ਼ਾਸ ਵੀ ਆ ਰਹੇ ਸੀਗੇ। ਤੁਸੀਂ ਪਹਿਲਾਂ ਦੇਖਿਆ ਹੋਣਾ ਕਿ ਜੋ ਡੁਲਿੰਗੋ ਸ਼ੁਰੂ ਹੋਇਆ ਸੀ ਤਾਂ ਡੁਲਿੰਗੋ ਸਾਰਿਆਂ ਨੇ ਡੁਲਿੰਗੋ ਸ਼ੁਰੂ ਕਰਤਾ, ਫਿਰ ਬਿਨਾਂ ਆਈਲੈਟ ਸ਼ੁਰੂ ਕੀਤਾ, ਫਿਰ PTE ਨਾਲ ਸ਼ੁਰੂ ਕੀਤਾ। ਅੱਜ ਉਹ ਸਾਰੇ ਬੰਦੇ ਫਿਰ ਤੋਂ ਦੁਬਾਰਾ ਹੁਣ ਆਸਟ੍ਰੇਲੀਆ ਵਾਲੇ ਪਾਸੇ ਆ ਗਏ। ਤਾਂ ਉਹਨਾਂ ਦਾ ਮਕਸਦ ਕੋਈ ਪਾਰਟਿਕੂਲਰ ਕੰਟਰੀ ਸਪੈਸੀਫਿਕ ਨਹੀਂ ਹੈ, ਜਿਹੜੀ ਮਾਰਕੀਟ 'ਚ ਚੀਜ਼ ਵਿਕਦੀ ਹੈ ਪ੍ਰੋਡਕਟ ਉਸ ਦੇ ਉੱਤੇ ਉਹ ਐਡ ਸ਼ੁਰੂ ਕਰ ਦਿੰਦੇ ਆ। ਇਸ ਤਰ੍ਹਾਂ ਤੁਸੀਂ ਇਹ 21 ਵੀਜ਼ੇ ਦਿਖਾਏ ਕਿ ਤੁਹਾਡੇ 21 ਵੀਜ਼ੇ ਆ ਗਏ, ਤੁਹਾਡੇ ਕੋਈ ਵੀਜ਼ੇ ਵਾਲੀ ਮਸ਼ੀਨ ਲੱਗੀ ਹੈ ਜਾਂ ਐਮਬੈਸੀ ਸੈਟਿੰਗ ਹੋਈ ਹੈ ਕਿ ਜਿਹੜੇ ਤੁਹਾਡੇ ਵੀਜ਼ੇ ਆ ਰਹੇ ਨੇ ਬਾਕੀਆਂ ਦੇ ਨਹੀਂ ਆ ਰਹੇ? ਨਹੀਂ ਦੇਖੋ, ਇਹਦੇ 'ਚ ਕੋਈ ਐਮਬੈਸੀ ਦੇ ਵਿੱਚ ਵੀਜ਼ੇ ਨਾ ਮੇਰੀ ਸੈਟਿੰਗ ਹੈ ਤੇ ਨਾ ਮੇਰੇ ਕੋਲ ਕੋਈ ਮਸ਼ੀਨ ਹੈ। ਤਾਂ ਅੱਜ ਮੇਰੇ 4 ਹੋਰ UK ਦੇ ਵੀਜ਼ਾਸ ਆਏ ਆ। ਤਾਂ ਇਹ ਵੀਜ਼ਾਸ ਕਿਹੜੇ ਹੈ? ਬਿਨਾਂ ਆਈਲੈਟਸ ਤੋਂ ਹੈ, ਪਰ ਕਿਹੜੇ ਬੱਚਿਆਂ ਜਿਨ੍ਹਾਂ ਦੇ 60% ਨੰਬਰ ਇੰਗਲਿਸ਼ ਦੇ ਵਿੱਚ ਹੈ। ਅੱਜ ਉਹ UK ਵੀਜ਼ਾ ਵੀ ਦੇ ਰਿਹਾ ਹੈ, ਸੇਮ ਆਸਟ੍ਰੇਲੀਆ ਵੀਜ਼ਾ ਵੀ ਦੇ ਰਿਹਾ। ਆਸਟ੍ਰੇਲੀਆ ਵੀਜ਼ਾ ਓਵਰਆਲ 6 not less than 5.5 ਤੇ ਦੇ ਰਿਹਾ। ਪਰ ਜਿਹੜੀ ਐਡ ਚੱਲ ਰਹੀ ਹੈ ਉਹ ਐਡ ਸਿਰਫ ਕਲਾਇੰਟ ਨੂੰ ਆਫਿਸ ਤੱਕ ਪਹੁੰਚਾਉਣ ਤੱਕ ਦੀ ਐਡ ਹੈ। ਉਹ ਸੱਚਾਈ ਕੀ ਹੈ ਇਹ ਬੱਚੇ ਨੂੰ ਯੂਨੀਵਰਸਿਟੀ ਤੋਂ ਜਾਂ ਕੰਸਲਟੈਂਟ ਆਫਿਸ ਜਾ ਕੇ ਹੀ ਕਲੀਅਰ ਹੋਏਗਾ। ਕੈਨੇਡਾ ਦੇ ਖਰਚੇ ਦੀ ਗੱਲ ਕੀਤੀ ਹੈ, UK ਦੇ ਖਰਚੇ ਦੀ ਗੱਲ ਕੀਤੀ, ਆਪਾਂ ਕਦੀ ਆਸਟ੍ਰੇਲੀਆ ਦੀ ਗੱਲ ਨਹੀਂ ਕੀਤੀ। ਪਰ ਹੁਣ ਏਜੰਟਾਂ ਨੇ ਫਿਰ ਉਹ ਸਮਾਂ ਲਿਆ ਤਾ ਕਿ ਮਜਬੂਰ ਕਰਤਾ ਕਿ ਅਸੀਂ ਸਵਾਲ ਕਰੀਏ ਕਿ ਹੁਣ ਆਸਟ੍ਰੇਲੀਆ ਦਾ ਕਿੰਨਾ ਖਰਚਾ। ਲੱਖਾਂ ਰੁਪਏ ਸਟੂਡੈਂਟ ਨੂੰ ਝਾੜ ਲਿਆ ਜਾਂਦਾ ਹੈ, ਉਸ ਤੋਂ ਬਾਅਦ ਉਹਦਾ ਵੀਜ਼ਾ ਅਪਲਾਈ ਕੀਤਾ ਜਾਂਦਾ ਹੈ ਕਿਉਂਕਿ ਕਾਲਜ ਦੀ ਰਿਕੁਆਇਰਮੈਂਟ ਦੇ ਮੁਤਾਬਿਕ 5.5 ਜਾਂ ਬਿਨਾਂ ਆਈਲੈਟਸ ਨੂੰ ਆਫਰ ਲੈਟਰ ਮਿਲ ਗਈ। ਉਹਨਾਂ ਨੇ ਫੀਸ ਭਰਤੀ, ਫੀਸ ਭਰਨ ਤੋਂ ਬਾਅਦ ਉਹਨੇ ਆਪਣੇ ਫੰਡ ਸ਼ੋ ਕਰਾਤੇ। ਫੰਡ ਅਗਰ ਬੱਚੇ ਕੋਲ ਨਹੀਂ ਹੈਗੇ ਤਾਂ ਕੰਸਲਟੈਂਟ ਉਹਦੇ ਲਈ ਲੱਖਾਂ ਰੁਪਏ ਕੋਲ ਚਾਰਜ ਕਰ ਲਏ। 35-40 ਹਜ਼ਾਰ ਐਮਬੈਸੀ ਫੀਸ ਭਰਤੀ, ਵੀਜ਼ਾ ਅਪਲਾਈ ਕਰਤਾ, ਵੀਜ਼ਾ ਨਾ ਲੱਗਿਆ ਤਾਂ ਕੰਸਲਟੈਂਟ ਨਾ ਉਹਨੂੰ ਐਮਬੈਸੀ ਫੀਸ ਵਾਪਸ ਕਰਨੀ ਤੇ ਨਾ ਉਹਨੂੰ ਫੰਡਾਂ ਦੇ ਪੈਸੇ ਵਾਪਸ। ਤਾਂ ਮਾਰਕੀਟ ਜਿਹੜੀ ਦੁਕਾਨਦਾਰੀ ਖੁੱਲੀ ਪਈ ਹੈ ਉਹ ਫੰਡਾਂ ਦੇ ਨਾਮ ਤੇ ਪੈਸੇ ਕਮਾਉਣ ਦੀ ਖੁੱਲੀ ਹੈ, ਵੀਜ਼ਾ ਕਰਾਉਣ ਦੀ ਕਿਸੇ ਦੀ ਦੁਕਾਨਦਾਰੀ ਨਹੀਂ ਖੁੱਲੀ ਹੈ। ਆਸਟ੍ਰੇਲੀਆ ਜਾਂਦੇ ਸੀ ਬੱਚੇ, ਫਿਰ ਕੈਨੇਡਾ ਵੱਲ ਆਏ, ਫਿਰ UK ਵੱਲ ਆਏ, ਹੁਣ ਫਿਰ ਆਸਟ੍ਰੇਲੀਆ ਵੱਲ ਆ ਗਏ। ਏਜੰਟਾਂ ਦੀ ਐਡ ਬਦਲੀ, ਪਰ ਇੱਥੇ ਸਵਾਲ ਐਡ ਬਦਲਣ ਦੇ ਨਾਲ ਬਹੁਤ ਵੱਡਾ ਖੜਾ ਹੁੰਦਾ ਹੈ ਕਿ ਹੁਣ ਕੈਨੇਡਾ ਦੇ ਵੀਜ਼ੇ ਬੰਦ ਨੇ। ਚੰਗੀਆਂ ਦੇ ਤਾਂ ਵੀਜ਼ੇ ਆ ਰਹੇ ਨੇ ਤੇ ਜਿਹੜੀ ਮਾੜੀਆਂ ਫਾਈਲਾਂ ਸੀ ਉਹ ਤੁੱਕਾ ਸੀਗਾ, ਉਹ ਤੁੱਕਾ ਲਗਾਇਆ, ਸਕਸੈਸਫੁਲ ਨਹੀਂ ਹੋਇਆ। ਅੱਜ ਉਹ ਸਾਰੇ ਕੰਸਲਟੈਂਟ ਚੈੱਕ ਕਰੋ ਤਾਂ ਸਾਰੇ ਏਜੰਟਾਂ ਨੇ ਚੱਕ ਕੇ ਉਹ ਐਡ ਬਦਲ ਕੇ ਆਪਣੀ ਆਸਟ੍ਰੇਲੀਆ ਵਾਲੇ ਪਾਸੇ ਆ ਗਏ। ਤਾਂ ਵੀਜ਼ੇ ਲੱਗ ਰਹੇ ਆ, ਬਟ ਉਹ ਪਹਿਲੇ ਵਾਲੀ ਗੱਲ ਹੀ ਆ ਗਈ, ਵੀਜ਼ੇ ਉਹਨਾਂ ਲੱਗ ਰਹੇ ਜਿਨ੍ਹਾਂ ਦਾ ਪ੍ਰੋਫਾਈਲ ਚੰਗਾ ਹੈ। ਅਗਰ ਅੱਜ ਮੈਂ ਕੈਨੇਡਾ ਦੀ ਐਡ ਚਲਾਈ ਤਾਂ ਕੈਨੇਡਾ ਦੇ ਵੀਜ਼ੇ ਬੰਦ ਹੋ ਗਏ, ਫਿਰ ਲੋਕਾਂ ਨੇ ਆਸਟ੍ਰੇਲੀਆ ਹੀ ਸ਼ੁਰੂ ਕਰਤੀ। ਹੁਣ ਆਸਟ੍ਰੇਲੀਆ ਦੇ ਵਿੱਚ ਰਿਜ਼ਲਟ ਮਾੜੇ ਆਉਣਗੇ, ਫਿਰ ਦੁਬਾਰਾ ਕੈਨੇਡਾ ਆ ਜਾਏਗਾ। ਤਾਂ ਉਹ ਤਾਂ ਉਹਨਾਂ ਦੀ ਐਡ ਹੈ, ਉਹਨਾਂ ਦਾ ਕੰਮ ਹੈ ਕਿ ਲੋਕਾਂ ਨੂੰ ਕਿੱਦਾਂ ਆਪਣੇ ਆਫਿਸ ਤੱਕ ਬੁਲਾਇਆ ਜਾਏ। ਹੁਣ ਐਡ ਤਾਂ ਇਹ ਵੀ ਆ ਰਹੀ ਕਿ ਤੁਸੀਂ ਬਿਨਾਂ ਆਈਲੈਟਸ ਤੋਂ ਆਸਟ੍ਰੇਲੀਆ ਜਾਓ, ਜਦਕਿ ਰਿਕਾਰਡ ਹੈ ਕਿ ਬਿਨਾਂ ਆਈਲੈਟਸ ਤੋਂ ਆਸਟ੍ਰੇਲੀਆ ਕਦੀ ਵੀ ਬੱਚਾ ਜਾ ਨਹੀਂ ਸਕਦਾ। ਸਮੇਂ-ਸਮੇਂ 'ਤੇ ਹਰੇਕ ਚੀਜ਼ ਦੇ ਵਿੱਚ ਬਦਲਾਅ ਆਉਂਦਾ। ਕਰੋਨਾ ਵਾਇਰਸ ਦਾ ਦੌਰ ਆਇਆ, ਕਿਸੇ ਨੇ ਸੋਚਿਆ ਨਹੀਂ ਸੀ ਕਿ ਕਦੇ ਇਹੋ ਜਿਹਾ ਵੀ ਦੌਰ ਦੇਖਣਾ ਪਏਗਾ। ਕਰੋਨਾ ਵਾਇਰਸ ਦੇ ਦੌਰ ਦੇ ਆਉਣ ਤੋਂ ਬਾਅਦ ਲੋਕਾਂ ਨੇ ਆਪਣੇ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਕਈ ਇਹੋ ਜਿਹੇ ਬਦਲਾਅ ਲਿੱਤੇ ਜਿਹੜੇ ਉਹਨਾਂ ਨੇ ਜ਼ਿੰਦਗੀ 'ਚ ਕਦੇ ਸੋਚੇ ਹੀ ਨਹੀਂ ਸੀ ਕਿ ਸਾਡੀ ਜ਼ਿੰਦਗੀ ਦੇ ਵਿੱਚ ਇਹ ਬਦਲਾਅ ਵੀ ਆਉਣਗੇ। ਪਿਛਲੇ ਸਾਲ ਦੀ ਗੱਲ ਕਰੀਏ ਤਾਂ ਜਦੋਂ ਤੁਸੀਂ ਮੋਟਰਸਾਈਕਲ ਲੈ ਕੇ ਸੜਕ 'ਤੇ ਨਿਕਲਦੇ ਸੀ, ਮੂੰਹ 'ਤੇ ਰੁਮਾਲ ਬੰਨ੍ਹਦੇ ਸੀ ਤਾਂ ਪੁਲਿਸ ਵਾਲੇ ਰੋਕ ਕੇ ਚਲਾਨ ਕਰਦੇ ਸੀ। ਪਰ ਅੱਜ ਜੇ ਤੁਸੀਂ ਬਿਨਾਂ ਮੂੰਹ ਢੱਕੇ ਬਾਹਰ ਨਿਕਲਦੇ ਹੋ ਤਾਂ ਪੁਲਿਸ ਵਾਲੇ ਤਾਂ ਵੀ ਚਲਾਨ ਕਰਦੇ ਨੇ। ਪੁਲਿਸ ਵਾਲੇ ਖੁਦ ਤੁਹਾਡਾ ਮੂੰਹ ਢੱਕਦੇ ਨੇ ਕਿਉਂਕਿ ਕਰੋਨਾ ਵਾਇਰਸ ਦਾ ਦੌਰ ਚੱਲਦਾ ਹੈ। ਇਸੇ ਤਰ੍ਹਾਂ ਹੀ ਹਰੇਕ ਇੰਡਸਟਰੀ ਦੇ ਵਿੱਚ ਬਦਲਾਅ ਆਉਂਦੇ ਰਹਿੰਦੇ ਨੇ। ਇਮੀਗ੍ਰੇਸ਼ਨ ਇੰਡਸਟਰੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਕਰੇਜ਼ ਚੱਲਿਆ ਆਸਟ੍ਰੇਲੀਆ ਦਾ, ਉਸ ਤੋਂ ਬਾਅਦ ਆਇਆ ਕੈਨੇਡਾ ਦਾ, ਫਿਰ ਆਇਆ UK ਦਾ ਕਰੇਜ਼। ਪਰ ਅੱਜ ਕੱਲ੍ਹ ਇਮੀਗ੍ਰੇਸ਼ਨ ਦੀ ਇੰਡਸਟਰੀ ਦੇ ਵਿੱਚ ਏਜੰਟਾਂ ਦੀ ਐਡ ਫਿਰ ਬਦਲ ਗਈ। ਕੈਨੇਡਾ ਤੋਂ ਬਾਅਦ UK ਤੋਂ ਬਾਅਦ ਏਜੰਟ ਫਿਰ ਆਸਟ੍ਰੇਲੀਆ ਦੀ ਐਡ 'ਤੇ ਆ ਗਏ। ਇੱਥੇ ਇੱਕ ਸਵਾਲ ਖੜਾ ਹੁੰਦਾ ਹੈ ਕਿ ਕੈਨੇਡਾ ਦੇ ਵੀਜ਼ੇ ਬੰਦ ਨੇ, ਜੋ ਹੁਣ ਏਜੰਟਾਂ ਨੇ ਆਸਟ੍ਰੇਲੀਆ ਦੇ ਵੱਲ ਬੱਚਿਆਂ ਦਾ ਰੁਝਾਨ ਵਧਾਉਣਾ ਸ਼ੁਰੂ ਕਰ ਦਿੱਤਾ। ਇਸ ਸਭ 'ਤੇ
ਕਲੈਰਿਟੀ ਲੈਣ ਲਈ ਕੀ ਸੱਚਾਈ ਹੈ ਇਹਦੇ ਵਿੱਚ, ਕਿ ਕੈਨੇਡਾ ਦੇ ਵੀਜ਼ੇ ਬੰਦ ਨੇ? ਸਾਡੇ ਨਾਲ ਇਸ ਤੇ ਗੱਲਬਾਤ ਕਰਨ ਲਈ ਇਮੀਗ੍ਰੇਸ਼ਨ ਐਕਸਪਰਟ ਹਨੀਸ਼ ਉੱਪਲ ਜੀ ਮੌਜੂਦ ਨੇ, ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਹਨੀਸ਼ ਜੀ, ਜਿਸ ਤਰ੍ਹਾਂ ਮੈਂ ਆਪਣੀ ਸ਼ੁਰੂਆਤ ਕੀਤੀ ਹੈ ਕਿ ਪਹਿਲਾਂ ਆਸਟ੍ਰੇਲੀਆ ਜਾਂਦੇ ਸੀ ਬੱਚੇ, ਫਿਰ ਕੈਨੇਡਾ ਵੱਲ ਆਏ, ਫਿਰ ਯੂਕੇ ਵੱਲ ਆਏ, ਹੁਣ ਫਿਰ ਆਸਟ੍ਰੇਲੀਆ ਵੱਲ ਆ ਗਏ, ਏਜੰਟਾਂ ਦੀ ਐਡ ਬਦਲੀ। ਪਰ ਇੱਥੇ ਸਵਾਲ ਐਡ ਬਦਲਣ ਦੇ ਨਾਲ ਬਹੁਤ ਵੱਡਾ ਖੜਾ ਹੁੰਦਾ ਕਿ ਹੁਣ ਕੈਨੇਡਾ ਦੇ ਵੀਜ਼ੇ ਬੰਦ ਨੇ। ਸਤਿ ਸ਼੍ਰੀ ਅਕਾਲ ਪਹਿਲਾਂ ਸਾਰਿਆਂ ਨੂੰ। ਸਨਮ ਜੀ, ਦੋ ਗੱਲਾਂ ਹੈ। ਇੱਕ ਤਾਂ ਇਹ ਕਿ ਵੀਜ਼ੇ ਆਣੇ ਬੰਦ ਹੋ ਗਏ, ਇੱਦਾਂ ਦਾ ਕੋਈ ਨਹੀਂ ਹੈ, ਵੀਜ਼ੇ ਆ ਰਹੇ ਹੈ। ਔਰ ਦੂਸਰੀ ਤੁਹਾਡੀ ਗੱਲ ਵੀ ਸੱਚੀ ਹੈ ਕਿ ਜਿਹੜੀ ਹੁਣ ਐਡ ਹੈ ਉਹ ਬਦਲ ਗਈ। ਹੁਣ ਤੁਸੀਂ ਐਡ ਦੇਖ ਰਹੇ ਹੋ ਕਿ ਆਸਟ੍ਰੇਲੀਆ ਹੀ ਜੱਗੀ ਪਈ ਔਰ ਕੈਨੇਡਾ ਯੂਕੇ ਡੇ ਬਾਏ ਡੇ ਕਾਊਂਟ ਘੱਟ ਹੁੰਦੀ ਜਾ ਰਹੀ ਹੈ। ਪਿਛਲੇ ਕਾਫੀ ਸਮੇਂ ਤੋਂ ਮਾਰਕੀਟ ਦੇ ਪਿਛਲੇ ਆਈ ਥਿੰਕ ਸੋ 1 ਸਾਲ ਤੋਂ ਕੈਨੇਡਾ ਦੀ ਬੜੀ ਦਬਾ ਕੇ ਐਡ ਚੱਲ ਰਹੀ ਸੀ ਔਰ ਕੈਨੇਡਾ ਨੇ ਵੀਜ਼ਾਸ ਬਹੁਤ ਦਿੱਤੇ। ਲੋਕਡਾਊਨ ਹੋ ਗਿਆ, ਐਡ ਆਹਿਸਤਾ ਲੋਕਾਂ ਦੀ ਬਦਲਦੀ ਗਈ, ਯੂਕੇ ਵਾਲਾ ਆ ਗਿਆ, ਹੁਣ ਆਸਟ੍ਰੇਲੀਆ ਵੱਲ ਆ ਗਿਆ। ਇਹਦਾ ਮਤਲਬ ਇਹ ਨਹੀਂ ਕਿ ਵੀਜ਼ੇ ਆਣੇ ਬੰਦ, ਵੀਜ਼ੇ ਲੱਗ ਰਹੇ ਹੈ, ਕੈਨੇਡਾ ਦੇ ਵੀ ਲੱਗ ਰਹੇ ਹੈ, ਯੂਕੇ ਦੇ ਵੀ ਲੱਗ ਰਹੇ, ਆਸਟ੍ਰੇਲੀਆ ਪਹਿਲਾਂ ਵੀ ਐਕਟਿਵ ਸੀਗਾ। ਬਟ ਹੁਣ ਕਿਉਂਕਿ ਲੋਕਾਂ ਨੇ ਜਿਹੜੀ ਫਾਈਲਾਂ ਐਮਬੈਸੀ ਦੇ ਵਿੱਚ ਲਗਾਈਆਂ ਸੀ ਉਹ ਫਾਈਲਾਂ ਸਹੀ ਤਰੀਕੇ ਨਾਲ ਨਹੀਂ ਲਗਾਈਆਂ, ਯਾਨੀ ਚੰਗੀਆਂ ਮਾੜੀਆਂ ਸਾਰੀਆਂ ਲਗਾਤੀਆਂ। ਹੁਣ ਚੰਗੀ ਮਾੜੀਆਂ ਲਗਾਉਣ ਦੇ ਨਾਲ ਕੀ ਉਹ ਚੰਗੀਆਂ ਦੇ ਤਾਂ ਵੀਜ਼ੇ ਆ ਰਹੇ ਹੈ, ਤੇ ਜਿਹੜੀ ਮਾੜੀਆਂ ਫਾਈਲਾਂ ਸੀ ਉਹ ਤੁੱਕਾ ਸੀਗਾ, ਉਹ ਤੁੱਕਾ ਲਗਾਇਆ, ਸਕਸੈਸਫੁਲ ਨਹੀਂ ਹੋਇਆ। ਅੱਜ ਉਹ ਸਾਰੇ ਕੰਸਲਟੈਂਟ ਚੈੱਕ ਕਰੋ ਤਾਂ ਸਾਰੇ ਏਜੰਟਾਂ ਨੇ ਚੱਕ ਕੇ ਉਹ ਐਡ ਬਦਲ ਕੇ ਆਪਣੀ ਆਸਟ੍ਰੇਲੀਆ ਵਾਲੇ ਪਾਸੇ ਆ ਗਏ। ਤਾਂ ਵੀਜ਼ੇ ਲੱਗ ਰਹੇ ਹੈ, ਬਟ ਉਹ ਪਹਿਲੇ ਵਾਲੀ ਗੱਲ ਹੀ ਆ ਗਈ, ਵੀਜ਼ੇ ਉਹਨਾਂ ਲੱਗ ਰਿਹਾ ਜਿਨ੍ਹਾਂ ਦਾ ਪ੍ਰੋਫਾਈਲ ਚੰਗਾ ਹੈ। ਨਹੀਂ, ਮਤਲਬ ਇਹ ਫਿਰ ਏਜੰਟਾਂ ਦੇ ਹੱਥ ਦੇ ਵਿੱਚ ਹੀ ਹੋਇਆ ਕਿ ਕਿਹੜੇ ਪਾਸੇ ਬੱਚੇ ਦਾ ਰੁਝਾਨ ਵਧਾਉਣਾ ਹੈ। ਆਸਟ੍ਰੇਲੀਆ ਦੇ ਵੱਲ ਲੈ ਕੇ ਜਾਣ ਵਾਲੇ ਵੀ ਪਹਿਲਾਂ ਏਜੰਟ ਸੀ, ਉਸ ਤੋਂ ਬਾਅਦ ਕੈਨੇਡਾ ਦੇ ਵੱਲ ਵੀ ਲੈ ਕੇ ਜਾਣ ਵਾਲੇ ਏਜੰਟ ਸੀ, ਯੂਕੇ ਦੇ ਵੱਲ ਵੀ ਏਜੰਟਾਂ ਨੇ ਰੁਝਾਨ ਵਧਾਇਆ, ਤੇ ਹੁਣ ਸਾਰਾ ਰੁਝਾਨ ਹੁਣ ਫਿਰ ਏਜੰਟ ਆਸਟ੍ਰੇਲੀਆ ਤੇ ਉਹਨਾਂ ਨੇ ਪਾਉਣਾ ਸ਼ੁਰੂ ਕਰਤਾ। ਇਹ ਏਜੰਟਾਂ ਦੇ ਹੱਥ ਹੀ ਹੈ ਕਿ ਕਿਵੇਂ ਸਾਰੀ ਗੇਮ ਨੂੰ ਘੁਮਾਉਣਾ, ਆਸਟ੍ਰੇਲੀਆ ਵੱਲ ਕਰਨਾ ਕਿ ਕੈਨੇਡਾ ਵੱਲ ਨੂੰ ਕਰਨਾ। ਦੇਖੋ, ਇਹ ਨੋ ਡਾਊਟ ਕੰਸਲਟੈਂਟ ਦੇ ਹੱਥ ਬਹੁਤ ਵੱਡਾ ਪਾਰਟ ਹੈ, ਪਰ ਇਹ ਜਿਹੜਾ ਅਸਲੀ ਪਾਰਟ ਹੈ ਉਹ ਬੱਚਿਆਂ ਦੇ ਆਪਣੇ ਹੱਥ 'ਚ ਹੈ। ਆਪਾਂ ਐਡ ਤਾਂ ਰੋਜ਼ ਦੇਖਦੇ ਹਾਂ ਕਿ ਇਹ ਵੀ ਐਡ ਚੱਲ ਰਹੀ ਹੈ, ਇਹ ਵੀ ਐਡ ਚੱਲ ਰਹੀ ਹੈ, ਇਹ ਵੀ ਐਡ ਚੱਲ ਰਹੀ ਹੈ, ਤਾਂ ਬੱਚਾ ਡਿਸਾਈਡ ਕਰਦਾ ਕਿ ਮੈਂ ਕਿਹੜੀ ਕੰਟਰੀ ਜਾਣਾ ਹੈ। ਤਾਂ ਨੋ ਡਾਊਟ ਐਡ ਬਦਲ ਗਈ ਹੈ। ਕੰਸਲਟੈਂਟ ਨੇ ਤਾਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਕੁਛ ਨਾ ਕੁਛ ਤਾਂ ਚਲਾਣਾ ਹੀ ਹੈ। ਅਗਰ ਅੱਜ ਮੈਂ ਕੈਨੇਡਾ ਦੀ ਐਡ ਚਲਾਈ ਤਾਂ ਕੈਨੇਡਾ ਦੇ ਵੀਜ਼ੇ ਬੰਦ ਹੋ ਗਏ, ਫਿਰ ਲੋਕਾਂ ਨੇ ਆਸਟ੍ਰੇਲੀਆ ਦੀ ਸ਼ੁਰੂ ਕਰਤੀ, ਹੁਣ ਆਸਟ੍ਰੇਲੀਆ ਦੇ ਵਿੱਚ ਰਿਜ਼ਲਟ ਮਾੜੇ ਆਉਣਗੇ, ਫਿਰ ਦੁਬਾਰਾ ਕੈਨੇਡਾ ਆ ਜਾਏਗਾ। ਤਾਂ ਉਹ ਤਾਂ ਉਹਨਾਂ ਦੀ ਐਡ ਹੈ, ਉਹਨਾਂ ਦਾ ਕੰਮ ਹੈ ਕਿ ਲੋਕਾਂ ਨੂੰ ਕਿੱਦਾਂ ਆਪਣੇ ਆਫਿਸ ਤੱਕ ਬੁਲਾਇਆ ਜਾਏ। ਹੁਣ ਐਡ ਤਾਂ ਇਹ ਵੀ ਆ ਰਹੀ ਕਿ ਤੁਸੀਂ ਬਿਨਾਂ ਆਈਲੈਟਸ ਤੋਂ ਆਸਟ੍ਰੇਲੀਆ ਜਾਓ, ਜਦਕਿ ਰਿਕਾਰਡ ਹੈ ਕਿ ਬਿਨਾਂ ਆਈਲੈਟਸ ਤੋਂ ਆਸਟ੍ਰੇਲੀਆ ਕਦੀ ਵੀ ਬੱਚਾ ਜਾ ਨਹੀਂ ਸਕਦਾ। ਉਹ ਕਿਹੜੇ ਬੱਚੇ ਜਾ ਸਕਦੇ ਹੈ? ਜਿਹੜੇ ਲੈਵਲ 1 ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰ ਰਹੇ। ਲੈਵਲ 1 ਯੂਨੀਵਰਸਿਟੀ ਰਿਕੁਆਇਰਮੈਂਟ ਕੀ ਹੈ? ਜਿਨ੍ਹਾਂ ਦੀ ਪਰਸੈਂਟੇਜ ਬਹੁਤ ਜ਼ਿਆਦਾ ਅੱਛੀ ਹੈ, ਮੋਰ ਦੈਨ 70% ਹੈ। ਪਰ ਕਿਤੇ ਵੀ ਐਡ ਦੇ ਉੱਤੇ ਇਹ ਚੀਜ਼ ਆਈ ਨਹੀਂ ਰਹੀ ਨਾ ਕਿ ਬਿਨਾਂ ਆਈਲੈਟਸ ਤੋਂ ਇਹ ਪਰਸੈਂਟੇਜ ਹੈ, ਬਸ ਇਹ ਕਿ ਬਿਨਾਂ ਆਈਲੈਟਸ ਤੋਂ ਆਸਟ੍ਰੇਲੀਆ ਜਾਓ। ਤਾਂ ਇਹ ਬੱਚਿਆਂ ਨੂੰ ਸਮਝਣ ਦੀ ਲੋੜ ਹੈ ਕਿ ਜਿਹੜੀ ਐਡ ਚੱਲ ਰਹੀ ਹੈ ਉਸ ਕੰਪਨੀ ਦੀ ਪਹਿਲਾਂ ਕਿਹੜੀ ਐਡ ਸੀਗੀ। ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਕਿ ਪਹਿਲਾਂ ਕਿਸ ਕੰਪਨੀ ਦੀ ਕੀ ਐਡ ਸੀ, ਜਿਸ ਤਰ੍ਹਾਂ ਤੁਸੀਂ ਸ਼ੁਰੂ ਤੋਂ ਕੈਨੇਡਾ ਨੂੰ ਤੁਸੀਂ ਵੀ ਜ਼ਿਆਦਾ ਪ੍ਰਮੋਟ ਕਰਦੇ ਹੋ, ਤੁਸੀਂ ਇਹ ਤਾਂ ਨਹੀਂ ਕਰਦੇ ਵੀ ਕੈਨੇਡਾ ਦੇ ਤੁਹਾਡੇ ਵੀ ਸ਼ਾਇਦ ਵੀਜ਼ੇ ਨਹੀਂ ਆ ਰਹੇ, ਤੁਹਾਨੂੰ ਬਿਹਤਰ ਪਤਾ ਹੋਊਗਾ ਕਿ ਤੁਹਾਡੇ ਵੀਜ਼ੇ ਆ ਰਹੇ ਨੇ ਜਾਂ ਨਹੀਂ ਆ ਰਹੇ, ਤਾਂ ਤੁਸੀਂ ਵੀ ਮਤਲਬ ਆਸਟ੍ਰੇਲੀਆ ਦੇ ਵੱਲ ਬੱਚੇ ਨਾ ਜਾਣ, ਤੁਹਾਡੇ ਕੈਨੇਡਾ 'ਤੇ ਰੁਕੇ ਰਹਿਣ, ਤਾਂ ਨਹੀਂ ਤੁਸੀਂ ਕਹਿ ਰਹੇ ਕਿ ਏਜੰਟਾਂ ਦੀ ਹੱਥ 'ਚ ਹੀ ਹੁੰਦਾ ਵੀ ਕਿਹੜੇ ਪਾਸੇ ਕਿਹਨੂੰ ਲੈ ਕੇ ਜਾਣਾ? ਨਹੀਂ, ਦੇਖੋ ਇਹਦੇ 'ਚ ਇਸ ਤਰ੍ਹਾਂ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਕੈਨੇਡਾ ਦੇ ਵੀਜ਼ੇ ਲੱਗ ਰਹੇ। ਮੈਂ ਤੁਹਾਨੂੰ ਫਿਰ ਤੋਂ ਕਹਿ ਰਿਹਾ, ਅੱਜ ਸਾਡੇ ਘੱਟ ਤੋਂ ਘੱਟ 22 ਅਪਰੂਵਲਸ ਆਈਆਂ। ਇਹ 22 ਅਪਰੂਵਲਸ ਮੇਰੇ ਕੋਲ ਹੈ, ਜਿਹੜੀ ਮੇਰੇ ਅੱਜ ਦੇ ਦਿਨ ਦੇ ਅੰਦਰ ਆਈਆਂ। ਤੁਸੀਂ ਡੇਟ ਚੈੱਕ ਕਰੋ ਤਾਂ 1 ਸਤੰਬਰ, 2 ਸਤੰਬਰ, 3 ਸਤੰਬਰ ਦੇ ਵੀਜ਼ੇ ਹੈ। ਤਾਂ ਇਹ ਵੀਜ਼ੇ ਉਹ ਹੈ ਜਿਹੜੇ ਸਾਡੇ ਲੋਕਡਾਊਨ ਦੇ ਵਿੱਚ ਜਾਂ ਲੋਕਡਾਊਨ ਤੋਂ ਪਹਿਲਾਂ ਫਾਈਲਾਂ ਲੱਗਿਆ ਸੀ। ਇਹ ਅੱਜ ਦੇ ਦਿਨ ਦੇ ਵੀਜ਼ੇ ਸਰ, ਇੱਕ ਦਿਨ ਦੇ ਮੇਰੇ ਕੋਲ 22 AIP ਆਏ ਹੈ। ਤੇ ਗੱਲ ਕਰੀਏ ਆਸਟ੍ਰੇਲੀਆ ਵੀਜ਼ਾ ਦੇ ਰਿਹਾ ਸੀਗਾ, ਆਸਟ੍ਰੇਲੀਆ ਦੇ ਪਹਿਲਾਂ ਵੀਜ਼ਾਸ ਵੀ ਆ ਰਹੇ ਸੀਗੇ, ਆਸਟ੍ਰੇਲੀਆ ਬੰਦ ਨਹੀਂ ਹੋਏ ਸੋ ਆਸਟ੍ਰੇਲੀਆ ਵੀਜ਼ੇ ਦੇ ਰਿਹਾ ਸੀ। ਹੁਣ ਥੋੜਾ ਜਿਹਾ ਯੂਨੀਵਰਸਿਟੀਜ਼ ਨੇ ਆਪਣਾ ਐਂਟਰੀ ਰਿਕੁਆਇਰਮੈਂਟ ਥੋੜਾ ਘਟਾ ਦਿੱਤਾ, ਉਹਦੇ ਕਰਕੇ ਕੰਸਰਨ ਲੱਗ ਰਿਹਾ ਕਿ ਆਸਟ੍ਰੇਲੀਆ ਹੁਣ ਦਬ ਕੇ ਵੀਜ਼ੇ ਦੇਗਾ। ਤੁਸੀਂ ਪਹਿਲਾਂ ਦੇਖਿਆ ਹੋਣਾ ਕਿ ਜੋ ਡੁਲਿੰਗੋ ਸ਼ੁਰੂ ਹੋਇਆ ਸੀ ਤਾਂ ਡੁਲਿੰਗੋ ਸਾਰਿਆਂ ਨੇ ਡੁਲਿੰਗੋ ਸ਼ੁਰੂ ਕਰਤਾ, ਫਿਰ ਬਿਨਾਂ ਆਈਲੈਟ ਸ਼ੁਰੂ ਕੀਤਾ, ਫਿਰ PTE ਨਾਲ ਸ਼ੁਰੂ ਕੀਤਾ। ਅੱਜ ਉਹ ਸਾਰੇ ਬੰਦੇ ਫਿਰ ਤੋਂ ਦੁਬਾਰਾ ਹੁਣ ਆਸਟ੍ਰੇਲੀਆ ਵਾਲੇ ਪਾਸੇ ਆ ਗਏ। ਤਾਂ ਉਹਨਾਂ ਦਾ ਮਕਸਦ ਕੋਈ ਪਾਰਟਿਕੂਲਰ ਕੰਟਰੀ ਸਪੈਸੀਫਿਕ ਨਹੀਂ ਹੈ, ਜਿਹੜੀ ਮਾਰਕੀਟ ਵਿੱਚ ਚੀਜ਼ ਵਿਕਦੀ ਹੈ ਪ੍ਰੋਡਕਟ ਉਸ ਦੇ ਉੱਤੇ ਉਹ ਐਡ ਸ਼ੁਰੂ ਕਰ ਦਿੰਦੇ ਆ। ਤੇ ਜਿਸ ਤਰ੍ਹਾਂ ਤੁਸੀਂ 21 ਵੀਜ਼ੇ ਦਿਖਾਏ ਕਿ ਤੁਹਾਡੇ 21 ਵੀਜ਼ੇ ਆ ਗਏ, ਤੁਹਾਡੇ ਕੋਈ ਵੀਜ਼ੇ ਵਾਲੀ ਮਸ਼ੀਨ ਲੱਗੀ ਹੈ ਜਾਂ ਐਮਬੈਸੀ ਸੈਟਿੰਗ ਹੋਈ ਹੈ ਕਿ ਜਿਹੜੇ ਤੁਹਾਡੇ ਵੀਜ਼ੇ ਆ ਰਹੇ ਨੇ ਬਾਕੀਆਂ ਦੇ ਨਹੀਂ ਆ ਰਹੇ? ਨਹੀਂ, ਦੇਖੋ ਇਹਦੇ 'ਚ ਕੋਈ ਐਮਬੈਸੀ ਦੇ ਵਿੱਚ ਵੀਜ਼ੇ ਨਾ ਮੇਰੀ ਸੈਟਿੰਗ ਹੈ ਤੇ ਨਾ ਮੇਰੇ ਕੋਲ ਕੋਈ ਮਸ਼ੀਨ ਹੈ। ਇਹ ਸਿਰਫ ਹੈ ਕਿ ਪ੍ਰੋਫਾਈਲ ਤੁਸੀਂ ਕਿਹੜਾ ਬੱਚੇ ਦਾ ਅਡੋਪਟ ਕੀਤਾ, ਬੱਚੇ ਦਾ ਕਿਹੜਾ ਪ੍ਰੋਫਾਈਲ ਤੁਸੀਂ ਲੈ ਰਹੇ ਹੋ, ਉਹ ਪ੍ਰੋਫਾਈਲ 'ਤੇ ਤੁਸੀਂ ਕਿਹੜੇ ਕਾਲਜ ਨੂੰ ਪਾਇਆ, ਤੁਸੀਂ ਪ੍ਰਾਈਵੇਟ ਪਾਇਆ, ਗੌਰਮੈਂਟ ਫੰਡਡ ਪਾਇਆ, ਉਹਦੀ ਫਾਈਲ 'ਤੇ ਤੁਸੀਂ SOP ਲਗਾਈ, ਉਹਦੀ ਸਾਲ ਦੀ ਫੀਸ ਪੇ ਕੀਤੀ, GIC ਪੇ ਕੀਤਾ। ਇਹ ਸਾਰਾ ਕੁਝ ਇਸ ਬੱਚੇ ਦੇ ਵੀਜ਼ਿਆਂ ਦੇ ਉੱਤੇ ਆਧਾਰ 'ਤੇ ਹੈ। ਇਹ ਮੇਰੇ ਇਕੱਲੇ ਦੀ ਮਿਹਨਤ 'ਤੇ ਕੁਛ ਨਹੀਂ ਹੈ,
ਨਾ ਵਿਜ਼ਨ ਗਰੁੱਪ ਨੇ ਕੁਝ ਕੀਤਾ, ਇਹ ਤਾਂ ਬੱਚਿਆਂ ਨੇ ਆਪਣੀ ਪ੍ਰੋਫਾਈਲ ਨੂੰ ਸਹੀ ਤਰੀਕੇ ਨਾਲ ਹਾਈ ਕਮਿਸ਼ਨ ਨੇ ਪ੍ਰੈਜ਼ੈਂਟ ਕੀਤਾ। ਸਾਨੂੰ ਅੱਜ ਇੱਕ ਦਿਨ ਦੇ ਵਿੱਚ 22 AIP ਗ੍ਰਾਂਟ ਹੋਏ ਆ। UK ਦੀ ਆਪਾਂ ਐਡ ਕਰ ਰਹੇ ਸੀ, UK ਵੀ ਚੱਲ ਪਿਆ, UK ਦੇ ਕੰਟੀਨਿਊਸ ਵੀਜ਼ੇ ਆ ਰਹੇ ਆ। ਔਰ ਅੱਜ ਮੈਂ ਗੱਲ ਕਰਾਂ ਤਾਂ ਅੱਜ ਮੇਰੇ 4 ਹੋਰ UK ਦੇ ਵੀਜ਼ਾਸ ਆਏ ਆ। ਤਾਂ ਇਹ ਵੀਜ਼ਾਸ ਕਿਹੜੇ ਹੈ? ਬਿਨਾਂ ਆਈਲੈਟਸ ਤੋਂ ਹੈ, ਪਰ ਕਿਹੜੇ ਬੱਚਿਆਂ ਜਿਨ੍ਹਾਂ ਦੇ 60% ਨੰਬਰ ਇੰਗਲਿਸ਼ ਦੇ ਵਿੱਚ ਹੈ। ਅੱਜ ਉਹ UK ਵੀਜ਼ਾ ਵੀ ਦੇ ਰਿਹਾ ਹੈ, ਸੇਮ ਆਸਟ੍ਰੇਲੀਆ ਵੀਜ਼ਾ ਵੀ ਦੇ ਰਿਹਾ। ਆਸਟ੍ਰੇਲੀਆ ਵੀਜ਼ਾ ਓਵਰਆਲ 6 ਨਾਟ ਲੈਸ ਦੈਨ 5.5 ਤੇ ਦੇ ਰਿਹਾ। ਪਰ ਜਿਹੜੀ ਐਡ ਚੱਲ ਰਹੀ ਹੈ ਉਹ ਐਡ ਸਿਰਫ ਕਲਾਇੰਟ ਨੂੰ ਆਫਿਸ ਤੱਕ ਪਹੁੰਚਾਉਣ ਤੱਕ ਦੀ ਐਡ ਹੈ। ਉਹ ਸੱਚਾਈ ਕੀ ਹੈ ਇਹ ਬੱਚੇ ਨੂੰ ਯੂਨੀਵਰਸਿਟੀ ਤੋਂ ਜਾਂ ਕੰਸਲਟੈਂਟ ਆਫਿਸ ਜਾ ਕੇ ਹੀ ਕਲੀਅਰ ਹੋਏਗਾ। ਆਪਾਂ ਹਨੀਸ਼ ਜੀ ਹਰ ਵਾਰੀ ਗੱਲ ਕਰਦੇ ਆ ਕਿ ਕੈਨੇਡਾ ਜਾਣ ਵਾਸਤੇ ਬੱਚੇ ਨੂੰ ਕੀ ਕਰਨਾ ਪਊਗਾ, ਕੀ ਉਹਦੇ ਡਾਕੂਮੈਂਟੇਸ਼ਨ ਹੈ ਜਾਂ ਕੀ ਸਾਰੀ ਫਾਈਲ ਦਾ ਪ੍ਰੋਸੈਸ ਹੁੰਦਾ। ਆਪਾਂ UK ਦੀ ਵੀ ਗੱਲ ਕਰਦੇ, ਆਪਾਂ ਕਦੀ ਆਸਟ੍ਰੇਲੀਆ ਦੀ ਨਹੀਂ ਗੱਲ ਕਰਦੇ। ਪਰ ਹੁਣ ਜਿਸ ਤਰ੍ਹਾਂ ਐਡ ਬਾਕੀ ਏਜੰਟਸ ਦੀ ਵੀ ਬਦਲੀ ਹੈ, ਮੈਂ ਤੁਹਾਡੇ ਤੋਂ ਇਹ ਅੱਜ ਪੁੱਛਣਾ ਚਾਹੁੰਦਾ ਕਿ ਆਸਟ੍ਰੇਲੀਆ ਜਾਣ ਲਈ ਬੱਚੇ ਦੇ ਕੀ ਡਾਕੂਮੈਂਟਸ ਹੋਣੇ ਚਾਹੀਦੇ ਨੇ, ਆਸਟ੍ਰੇਲੀਆ ਜਾਣ ਦਾ ਕੀ ਖਰਚਾ। ਆਪਾਂ ਹਰ ਵਾਰੀ ਕੈਨੇਡਾ ਦੇ ਖਰਚੇ ਦੀ ਗੱਲ ਕੀਤੀ ਹੈ, UK ਦੇ ਖਰਚੇ ਦੀ ਗੱਲ ਕੀਤੀ, ਆਪਾਂ ਕਦੀ ਆਸਟ੍ਰੇਲੀਆ ਦੀ ਗੱਲ ਨਹੀਂ ਕੀਤੀ। ਪਰ ਹੁਣ ਏਜੰਟਾਂ ਨੇ ਫਿਰ ਉਹ ਸਮਾਂ ਲਿਆਤਾ ਕਿ ਮਜਬੂਰ ਕਰਤਾ ਕਿ ਅਸੀਂ ਸਵਾਲ ਕਰੀਏ ਕਿ ਹੁਣ ਆਸਟ੍ਰੇਲੀਆ ਦਾ ਕਿੰਨਾ ਖਰਚਾ। ਦੇਖੋ ਪਹਿਲੀ ਗੱਲ ਤਾਂ ਇਹ ਆਸਟ੍ਰੇਲੀਆ ਜਿਹੜਾ ਹੈਗਾ ਕਾਫੀ ਟਾਈਮ ਤੋਂ ਚੱਲਦਾ ਆ ਰਿਹਾ। ਇਸ ਲੋਕਡਾਊਨ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਵੀਜ਼ਾਸ ਗ੍ਰਾਂਟ ਹੋਏ ਆਸਟ੍ਰੇਲੀਆ ਨੇ ਇਹ ਵੀਜ਼ਾ ਗ੍ਰਾਂਟ ਕਰਨੇ ਸ਼ੁਰੂ ਕਰਤੇ ਸੀਗੇ। ਆਸਟ੍ਰੇਲੀਆ ਜਿਹੜੀ ਬੇਸਿਕ ਰਿਕੁਆਇਰਮੈਂਟ ਹੈ ਉਹ ਓਵਰਆਲ 6 ਨਾਟ ਲੈਸ ਦੈਨ 5.5 ਬੈਂਡ ਦੇ ਨਾਲ ਤੁਸੀਂ ਇੱਕ ਅੱਛੀ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰ ਸਕਦੇ ਹੋ। ਅਗਰ ਬੱਚੇ ਦੇ ਓਵਰਆਲ 6 ਹੈ ਨਾਟ ਲੈਸ ਦੈਨ 5.5 ਹੈ, ਲਗਭਗ ਸਾਰੀ ਯੂਨੀਵਰਸਿਟੀਜ਼ ਉਹਨਾਂ ਨੂੰ ਅਸੈਪਟ ਕਰ ਰਹੀਆਂ। ਜਿਸ ਬੱਚੇ ਦੇ 5.5 ਓਵਰਆਲ ਹੈ ਨਾਟ ਲੈਸ ਦੈਨ 5 ਹੈ, ਜਾਂ ਜਿਹੜੇ ਸਟੂਡੈਂਟ 5 ਬੈਂਡ ਦੇ ਨਾਲ ਹੈ, ਜਾਂ ਜਿਹੜੇ ਸਟੂਡੈਂਟ ਵਿਦਾਊਟ ਆਈਲੈਟਸ ਕਹਿ ਰਹੇ ਹੈ, ਉਹ ਸਿਰਫ ਪ੍ਰਾਈਵੇਟ ਕਾਲਜ ਵਿੱਚ ਵੀਜ਼ਾ ਅਪਲਾਈ ਕਰਦੇ ਹੈ। ਪ੍ਰਾਈਵੇਟ ਕਾਲਜ ਮੀਨਸ ਪ੍ਰਾਈਵੇਟ ਕਾਲਜ ਹੈ ਜਿਨ੍ਹਾਂ ਦਾ ਕੋਈ ਵਾਲੀ ਵਾਰਿਸ ਨਹੀਂ ਹੈ। ਉਸ ਪ੍ਰਾਈਵੇਟ ਕਾਲਜ ਦੇ ਵਿੱਚ ਬੱਚੇ ਵੀਜ਼ਾ ਅਪਲਾਈ ਕਰਦੇ ਆ। ਉਹ ਇਹ ਕਾਲਜ ਅੱਜ ਤੋਂ ਪਹਿਲਾਂ ਵੀ ਸੀਗੇ, ਯਾਨੀ ਲੋਕਡਾਊਨ ਤੋਂ ਪਹਿਲਾਂ ਵੀ ਪ੍ਰਾਈਵੇਟ ਕਾਲਜ ਲੋਕ ਵੀਜ਼ਾ ਅਪਲਾਈ ਕਰਦੇ ਸੀ। ਬਟ ਸੱਚਾਈ ਇਹ ਕਿ ਇਹਨਾਂ ਦਾ ਰਿਜ਼ਲਟ 20 ਤੋਂ 30% ਹੀ ਹੈ, ਸਿਰਫ 30% ਰਿਜ਼ਲਟ ਹੈ। ਹੁਣ ਇਹਦੇ ਵਿੱਚ ਪ੍ਰੋਬਲਮ ਕਿੱਥੇ ਆ ਰਹੀ? ਪ੍ਰੋਬਲਮ ਇੱਥੇ ਆ ਰਹੀ ਜਦੋਂ ਆਸਟ੍ਰੇਲੀਆ ਕਿਸੇ ਨੇ ਵੀਜ਼ਾ ਅਪਲਾਈ ਕਰਨਾ, ਜਿਨ੍ਹਾਂ ਨੇ ਆਸਟ੍ਰੇਲੀਆ ਕੀਤਾ ਜਾਂ ਜਿਨ੍ਹਾਂ ਨੇ ਕਰਨਾ ਹੈ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹਨਾਂ ਵਿੱਚ ਆਸਟ੍ਰੇਲੀਆ ਵਿੱਚ ਸਭ ਤੋਂ ਇੰਪੋਰਟੈਂਟ ਪਾਰਟ ਹੈ ਫੰਡਸ, ਕਿ ਸਟੂਡੈਂਟ ਦੇ ਕੋਲ ਫੰਡ ਚਾਹੀਦੇ ਹੈ 20 ਤੋਂ 25 ਲੱਖ ਰੁਪਇਆ 3 ਤੋਂ 6 ਮਹੀਨੇ ਪੁਰਾਣੇ। ਹੁਣ ਮਾਰਕੀਟ ਕੀ ਚੱਲ ਰਿਹਾ ਕਿ ਆਸਟ੍ਰੇਲੀਆ ਦੀ ਐਡ ਹੋਣੀ ਸ਼ੁਰੂ ਹੋ ਗਈ ਹੈ। ਹੁਣ ਬੱਚੇ ਨੇ ਜਦੋਂ ਕੰਸਲਟੈਂਟ ਕੋ ਜਾਣਾ ਹੈ, ਕੰਸਲਟੈਂਟ ਨੇ ਬਿਨਾਂ ਪੈਸੇ ਲਿੱਤੇ ਜਾਂ 5-10 ਹਜ਼ਾਰ ਰੁਪਏ ਲੈ ਕੇ ਉਹਦੀ ਆਫਰ ਲੈਟਰ ਪ੍ਰੋਸੈਸ ਕਰ ਦੇਣੀ ਹੈ। ਪ੍ਰੋਸੈਸ ਕਰਨ ਤੋਂ ਬਾਅਦ ਕੰਸਲਟੈਂਟ ਦਾ ਉਸ ਤੋਂ ਬਾਅਦ ਕੰਮ ਸ਼ੁਰੂ ਹੁੰਦਾ। ਜਦੋਂ ਬੱਚੇ ਕੋਲ ਫੰਡ ਨਹੀਂ ਹੁੰਦੇ ਤਾਂ ਕੰਸਲਟੈਂਟ ਉਹਦੇ ਫੰਡ ਅਰੇਂਜ ਕਰਾਉਂਦਾ। ਫੰਡ ਅਰੇਂਜ ਕਰਾਉਣ 'ਤੇ ਫਿਰ ਉਹੀ ਗੱਲ ਹੈ ਕਿ ਲੱਖਾਂ ਰੁਪਏ ਸਟੂਡੈਂਟ ਨੂੰ ਝਾੜ ਲਿਆ ਜਾਂਦਾ ਹੈ। ਉਸ ਤੋਂ ਬਾਅਦ ਉਹਦਾ ਵੀਜ਼ਾ ਅਪਲਾਈ ਕੀਤਾ ਜਾਂਦਾ ਹੈ, ਕਿਉਂਕਿ ਕਾਲਜ ਦੀ ਰਿਕੁਆਇਰਮੈਂਟ ਦੇ ਮੁਤਾਬਿਕ 5.5 ਜਾਂ 5 ਜਾਂ ਬਿਨਾਂ ਆਈਲੈਟਸ ਨੂੰ ਆਫਰ ਲੈਟਰ ਮਿਲ ਗਈ। ਉਹਨਾਂ ਨੇ ਫੀਸ ਭਰਤੀ, ਫੀਸ ਭਰਨ ਤੋਂ ਬਾਅਦ ਉਹਨੇ ਆਪਣੇ ਫੰਡ ਸ਼ੋ ਕਰਾਤੇ। ਫੰਡ ਅਗਰ ਬੱਚੇ ਕੋਲ ਨਹੀਂ ਹੈਗੇ ਤਾਂ ਕੰਸਲਟੈਂਟ ਉਹਦੇ ਲਈ ਲੱਖਾਂ ਰੁਪਏ ਤੋਂ ਚਾਰਜ ਕਰ ਲਏ। 35-40 ਹਜ਼ਾਰ ਐਮਬੈਸੀ ਫੀਸ ਭਰਤੀ, ਵੀਜ਼ਾ ਅਪਲਾਈ ਕਰਤਾ, ਵੀਜ਼ਾ ਨਾ ਲੱਗਿਆ ਤਾਂ ਕੰਸਲਟੈਂਟ ਨਾ ਉਹਨੂੰ ਐਮਬੈਸੀ ਫੀਸ ਵਾਪਸ ਕਰਨੀ ਤੇ ਨਾ ਉਹਨੂੰ ਫੰਡਾਂ ਦੇ ਪੈਸੇ ਵਾਪਸ ਕਰਨੇ। ਤਾਂ ਮਾਰਕੀਟ ਇਹਦੀ ਦੁਕਾਨਦਾਰੀ ਖੁੱਲੀ ਪਈ ਹੈ, ਉਹ ਫੰਡਾਂ ਦੇ ਨਾਮ ਤੇ ਪੈਸੇ ਕਮਾਉਣ ਦੀ ਖੁੱਲੀ ਹੈ, ਵੀਜ਼ਾ ਕਰਾਉਣ ਦੀ ਕਿਸੇ ਦੀ ਦੁਕਾਨਦਾਰੀ ਨਹੀਂ ਖੁੱਲੀ ਹੋਈ। ਜਿਹੜੀ ਰਿਕੁਆਇਰਮੈਂਟ ਹੈਗੀ ਹੈ ਉਹ ਓਵਰਆਲ 6 ਨਾਟ ਲੈਸ ਦੈਨ 5.5 ਬੈਂਡ ਦੇ ਨਾਲ ਅਪਲਾਈ ਹੋ ਰਿਹਾ। ਕੁਝ ਯੂਨੀਵਰਸਿਟੀਜ਼ ਹੈਗੀਆਂ ਜਿਨ੍ਹਾਂ ਦੇ 2 ਚੋਂ 5.5 ਜਾਂ 3 ਚੋਂ 5.5 ਲੈ ਰਹੀਆਂ, ਪਰ ਜਿਹੜੇ 5.5 ਦੀ ਐਡ ਹੈ ਜਾਂ ਜਿਹੜੀ 5 ਬੈਂਡ ਦੀ ਐਡ ਹੈ ਉਹ ਸਿਰਫ ਪ੍ਰਾਈਵੇਟ ਕਾਲਜ ਹੈ, ਤੇ ਉਹਨਾਂ ਦਾ ਰਿਜ਼ਲਟ ਜਿਹੜਾ 20-30% ਤੋਂ ਵੱਧ ਨਹੀਂ ਹੈ। ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਮਾਰਕੀਟ ਦੇ ਵਿੱਚ ਆਸਟ੍ਰੇਲੀਆ ਵਾਸਤੇ ਫੰਡਾਂ ਦੀ ਦੁਕਾਨ ਖੁੱਲੀ ਹੋਈ ਹੈ, ਇਹ ਕਿਸ ਤਰ੍ਹਾਂ ਸਾਰਾ ਫਿਰ ਸਿਸਟਮ ਚੱਲਦਾ? ਇੱਕ ਐਜੂਕੇਸ਼ਨ ਕੰਸਲਟੈਂਟ ਹੋ ਤੁਸੀਂ, ਇੱਕ ਫਾਈਨਾਂਸਰ ਤਾਂ ਨਹੀਂ ਹੈਗੇ? ਜੇ ਫਾਈਨਾਂਸਰ ਤੁਸੀਂ ਬਣਨਾ ਸੀ ਤਾਂ ਉਸਕੇ ਬੈਂਕ ਦੇ ਵਿੱਚ ਜਾਂਦੇ ਜਾਂ ਕੋਈ ਆਪਣੀ ਫਾਈਨਾਂਸ ਕੰਪਨੀ ਖੋਲ੍ਹਦੇ, ਤਾਂ ਉਹ ਏਜੰਟਾਂ ਨੇ ਫਿਰ ਆਪਣੇ ਐਜੂਕੇਸ਼ਨ ਕੰਸਲਟੈਂਟ ਆਪਣੇ ਨਾਮ ਅੱਗੇ ਕਿਉਂ ਲਗਾਉਂਦੇ ਨੇ? ਕਿਉਂਕਿ ਗੱਲ ਇਹ ਨਾ ਕਿ ਸਟੂਡੈਂਟ ਨੂੰ ਜਦ ਆਪਾਂ ਇੱਕ ਐਡ ਦਿਖਾਣੀ ਹੈ ਕਿ 5.5 ਬੈਂਡ ਤੇ ਆਸਟ੍ਰੇਲੀਆ ਜਾਓ ਜਾਂ 5 ਬੈਂਡ ਤੇ ਆਸਟ੍ਰੇਲੀਆ ਜਾਓ, ਉਹਨੂੰ ਪਤਾ ਹੁੰਦਾ ਕਿ ਇਹਦਾ ਵੀਜ਼ਾ ਆਉਣਾ ਜਾਂ ਨਹੀਂ ਆਉਣਾ। ਲਗਭਗ ਆਪਾਂ ਇਹਨੂੰ ਕਹਿੰਦੇ 100% ਹੈ। ਹੁਣ ਜਿਹਨੂੰ ਮੇਰੇ ਕੋਲ ਬੱਚਾ ਕੋਈ ਆ ਜਾਂਦਾ ਕਿ ਮੇਰੇ 5.5 ਬੈਂਡ ਹੈ ਜਾਂ ਮੇਰੇ 5 ਬੈਂਡ ਹੈ, ਮੇਰੇ ਨੰਬਰ 40% ਹੈ, ਮੈਂ ਉਹਨੂੰ ਕਹਿੰਦਾ ਆਸਟ੍ਰੇਲੀਆ ਤੇਰਾ ਹੋ ਜਾਏਗਾ। ਚਲੋ ਕੰਸਲਟੈਂਟ ਤੋਂ ਫੰਡ ਅਰੇਂਜ ਨਹੀਂ ਕਰਦਾ, ਬਾਹਰੋਂ ਫੰਡ ਦਾ ਇੰਤਜ਼ਾਮ ਕਰਦਾ ਹੈ, ਕਿਸੇ ਬੈਂਕ ਤੋਂ ਲੋਨ ਲੈਂਦਾ ਜਾਂ ਕੋਈ ਇੰਟਰਸਟ 'ਤੇ ਪੈਸੇ ਲੈਂਦਾ, ਤਾਂ ਕਿਸੇ ਨੇ ਉਹਨੂੰ ਪੈਸੇ ਵਾਪਸ ਨਹੀਂ ਕਰਨੇ। ਤਾਂ ਜਿਹੜੇ ਕੰਸਲਟੈਂਟ ਨੇ ਮਾਰਕੀਟ ਵਿੱਚ ਖੋਲ੍ਹਿਆ ਕਿ ਵਿਦਾਊਟ ਆਈਲੈਟਸ, ਉਹਨਾਂ ਨੇ ਇੱਕ ਰਿਸਕ, ਇੱਕ ਜੂਆ ਹੈ। ਉਹ ਬਹੁਤ ਸਾਰੇ ਕੰਸਲਟੈਂਟ ਇਹ ਹੈ ਕਿ ਇਨਡਾਇਰੈਕਟਲੀ ਪੈਸਾ ਕਮਾ ਰਹੇ ਹੈ। ਕੰਸਲਟੈਂਸੀ ਦੇ ਨਾਮ ਤੇ ਨਹੀਂ ਕਮਾਇਆ ਤਾਂ ਫੰਡਾਂ ਦੇ ਨਾਮ ਤੇ ਕਮਾਤਾ। ਤਾਂ ਇਹ ਬੱਚੇ ਨੂੰ ਸਮਝਣਾ ਪਏਗਾ ਕਿ ਜਿਹੜੀ 5.5 ਬੈਂਡ ਜਾਂ 5 ਬੈਂਡ ਦੀ ਐਡ ਹੈ ਉਹ ਕਿਸ ਚੀਜ਼ ਦੀ ਐਡ ਹੈ, ਮੇਰੇ ਵੀਜ਼ੇ ਦੀ ਐਡ ਹੈ ਜਾਂ ਸਿਰਫ ਵੀਜ਼ਾ ਅਪਲਾਈ ਕਰਨ ਦੀ ਐਡ ਹੈ। ਮਤਲਬ ਏਜੰਟਸ ਦੋਨੋਂ ਪਾਸਿਓਂ ਪੈਸਾ ਕਮਾ ਰਹੇ ਨੇ, ਉੱਧਰੋਂ ਆਪਣੀ ਫੀਸ ਵਗੈਰਾ ਵੀ ਲੈ ਰਹੇ ਨੇ, ਦੂਜੇ ਫੰਡਾਂ ਦੇ ਵੀ ਪੈਸੇ ਲੈ ਰਹੇ ਨੇ, ਦੋਨੋਂ ਪਾਸਿਓਂ ਮਤਲਬ ਏਜੰਟਸ ਪੈਸੇ ਕਮਾ ਰਹੇ ਨੇ। ਦੇਖੋ ਦੋ ਚੀਜ਼ ਦੀ ਐਡ ਹੈ, ਜਾਂ ਤਾਂ ਤੁਸੀਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦਿਓ,
ਉਹਦੇ ਵਿੱਚ ਕੰਸਲਟੈਂਟ ਫੰਡਾਂ ਤੇ ਕਮਾ ਲੇਗਾ। ਆਸਟ੍ਰੇਲੀਆ ਦੀ ਅਗਰ ਗੱਲ ਕਰੀਏ, ਕਿਉਂਕਿ ਯੂਕੇ ਦੇ ਵਿੱਚ ਫੰਡਾਂ ਦਾ ਜ਼ਿਆਦਾ ਲੰਬਾ ਚੌੜਾ ਨਹੀਂ ਹੈ, ਕੈਨੇਡਾ 'ਚ ਫੰਡਾਂ ਦੀ ਰਿਕੁਆਇਰਮੈਂਟ ਨਹੀਂ ਹੈ। ਤਾਂ ਹੁਣ ਹਰ ਇੱਕ ਨੂੰ ਲੱਗਦਾ ਹੈ ਕਿ ਅਗਰ ਮੈਂ ਆਸਟ੍ਰੇਲੀਆ ਦਾ ਕੰਮ ਸ਼ੁਰੂ ਕਰਦਾ, ਆਸਟ੍ਰੇਲੀਆ ਵਿੱਚ ਚੰਗੇ ਪੈਸੇ ਕਮਾ ਸਕਦਾ। ਬਟ ਸੱਚਾਈ ਇਹ ਹੈ ਕਿ ਆਸਟ੍ਰੇਲੀਆ ਜਿਹੜਾ ਵੀਜ਼ਾ ਹੈ ਉਹ ਘੱਟ ਪਰਸੈਂਟੇਜ ਵਾਲੇ ਦਾ, ਬਿਨਾਂ ਆਈਲੈਟਸ ਦਾ ਨਹੀਂ ਆਏਗਾ। ਉਹ ਆਏਗਾ ਉਹਨਾਂ ਦਾ ਵੀਜ਼ਾ ਜਿਹੜੇ ਬੱਚੇ 2018-19 ਪਾਸ ਆਊਟ ਹੈਗੇ ਆ, ਜਿਨ੍ਹਾਂ ਦੇ ਨੰਬਰ ਚੰਗੇ ਹੈ, ਜਿਨ੍ਹਾਂ ਦੇ ਬੈਂਡ ਚੰਗੇ ਆ, ਉਹੀ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰਨ। ਅਦਰਵਾਈਜ਼ ਮੇਰੇ ਖਿਆਲ ਨਾਲ ਜੋ ਪ੍ਰਾਈਵੇਟ ਕਾਲਜ ਵੀਜ਼ਾ ਅਪਲਾਈ ਕਰ ਰਹੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੇ ਆਪਾਂ ਗੱਲ ਕਰੀਏ ਹੁਣ ਦੁਆਰ ਤੋਂ ਆਪਾਂ ਕੈਨੇਡਾ ਤੇ ਗੱਲ ਕਰੀਏ ਤਾਂ AIPs ਆਉਣੇ ਸ਼ੁਰੂ ਹੋਏ। ਅੰਬੈਸੀ ਨੇ ਕਿਹਾ ਕਿ ਜਦ ਤੱਕ ਮਾਹੌਲ ਨਹੀਂ ਠੀਕ ਹੁੰਦਾ, ਫਲਾਈਟਸ ਨਹੀਂ ਚੱਲਦੀਆਂ, ਤਾਂ ਤੁਸੀਂ AIP ਲਓ, ਆਪਣੇ 1 ਸਮੈਸਟਰ ਦੀ ਪੜ੍ਹਾਈ ਤੁਸੀਂ ਇੱਥੇ ਪੂਰੀ ਕਰੋ, ਜਦੋਂ ਖੁੱਲ੍ਹੇਗਾ ਸਾਰਾ ਕੁਝ ਤਾਂ ਫਿਰ ਆਓ। ਹਜੇ ਹੋਰ ਬੱਚਿਆਂ ਨੂੰ ਕਿੰਨਾ ਕੁ ਇੰਤਜ਼ਾਰ ਕਰਨਾ ਪਏਗਾ, ਕਿਤੇ ਉਹਨਾਂ ਦੀ ਪੜ੍ਹਾਈ ਸਾਰੀ ਇੱਥੇ ਹੀ ਆਨਲਾਈਨ ਨਾ ਰਹਿ ਜਾਏ, ਕਿਉਂਕਿ ਬੜੇ ਸੁਪਨੇ ਦੇਖੇ ਹੁੰਦੇ ਆ ਲੋਕਾਂ ਨੇ ਕਿ ਕੈਨੇਡਾ ਜਾ ਕੇ ਅਸੀਂ ਆਹ ਕਰਨਾ ਜਾਂ ਉਹ ਕਰਨਾ, ਉਹ ਸਾਰੇ ਸੁਪਨੇ ਧਰੇ ਦੇ ਧਰੇ ਨਾ ਰਹਿ ਜਾਣ। ਉਹਨਾਂ ਵਾਸਤੇ ਕੋਈ ਅਪਡੇਸ਼ਨਸ ਆ ਰਹੀਆਂ ਨੇ ਜਾਂ ਉਹਨਾਂ ਦਾ ਹੁਣ ਕੀ ਅੱਗੇ ਫਿਊਚਰ ਹੈ? ਦੇਖੋ, ਕੈਨੇਡਾ ਦੀ ਸਭ ਤੋਂ ਇੱਕ ਵਧੀਆ ਚੀਜ਼ ਇਹ ਹੈ, ਕੈਨੇਡਾ ਹਰ ਵੀਕ ਕੈਨੇਡਾ ਹਾਈ ਕਮਿਸ਼ਨ ਵੈਬੀਨਾਰਸ ਕਰ ਰਹੀ ਹੈ। ਜਦੋਂ ਵੈਬੀਨਾਰਸ ਹੁੰਦਾ ਹੈ, ਆਪਾਂ ਆਪਣੀ ਫੇਸਬੁੱਕ ਪੇਜ 'ਤੇ ਜਾਂ ਆਪਣੇ ਫੇਸਬੁੱਕ ਦੇ ਵਿੱਚ ਕਮੈਂਟ ਬਾਕਸ ਵਿੱਚ ਦੱਸ ਦਿੰਦੇ ਕਿ ਇਹ ਅਪਡੇਸ਼ਨਸ ਨਵੀਆਂ ਆ ਰਹੀਆਂ। ਹੁਣ ਕੈਨੇਡਾ ਦੇ ਵਿੱਚ ਕੀ ਸਭ ਤੋਂ ਬੈਸਟ ਚੱਲ ਰਿਹਾ ਇਸ ਸਮੇਂ, ਕੈਨੇਡਾ ਨੇ 15 ਸਤੰਬਰ ਤੱਕ 2 ਸਟੇਜ ਪ੍ਰੋਸੈਸ 'ਤੇ ਵੀਜ਼ਾ ਅਪਲਾਈ ਕਰਨਾ ਹੈ। ਉਮੀਦ ਹੈ 15 ਸਤੰਬਰ ਤੋਂ ਬਾਅਦ ਸ਼ਾਇਦ ਐਕਸਟੈਂਡ ਵੀ ਕਰ ਸਕਦੇ ਹੈ, ਕਿਉਂਕਿ ਸਤੰਬਰ ਇਨਟੇਕ ਦੀ ਹੈ। ਕੰਸਲਟੈਂਟ ਜਨਵਰੀ ਇਨਟੇਕ ਵਾਲੇ ਵੀ ਇੱਦਾਂ ਹੀ ਪ੍ਰੋਸੈਸ ਕਰ ਰਹੇ ਹੈ, ਔਰ ਸਤੰਬਰ ਵਾਲੇ ਤਾਂ ਹੈਗੇ ਹੀ ਹੈ। ਔਰ ਆਈ ਥਿੰਕ ਸੋ ਉਸ ਦੇ ਨਾਲ ਇਹ ਚੀਜ਼ ਜਿਹੜੀ ਹੈ ਐਕਸਟੈਂਡ ਹੋ ਜਾਏਗੀ। ਇਹ ਤਾਂ ਹੋਇਆ ਕਿ 2 ਸਟੇਜ ਪ੍ਰੋਸੈਸ, ਉਮੀਦ ਹੈ ਸ਼ਾਇਦ ਅੱਗੇ ਕੰਟੀਨਿਊ ਵਧੇਗਾ। ਰਹੀ ਗੱਲ ਦੂਸਰੀ ਕਿ 30 ਅਪ੍ਰੈਲ ਤੱਕ ਉਹਨਾਂ ਨੇ ਇਹ ਕਹਿਤਾ ਕਿ ਸਾਡੇ ਬਾਰਡਰ ਕਲੋਜ਼ ਹੈ। ਇਹ ਸਿਸਟਮ ਦੇ ਹਿਸਾਬ ਨਾਲ ਅਗਰ ਮਾਹੌਲ ਸੁਧਰ ਗਿਆ, ਕੇਸਿਸ ਘਟ ਗਏ ਉੱਥੇ, ਤਾਂ ਇਹ ਓਪਨ ਵੀ ਹੋ ਸਕਦਾ ਹੈ। ਜਿੱਥੇ ਤੱਕ ਮੈਨੂੰ ਉਮੀਦ ਹੈ ਆਉਣ ਵਾਲੇ ਇਸ ਸਾਲ ਦੇ ਐਂਡ ਤੱਕ ਸਟੂਡੈਂਟ ਜਿਹੜਾ ਹੈ ਜਿਨ੍ਹਾਂ ਦਾ EIP ਅਪਰੂਵਡ ਹੋ ਗਿਆ ਉਹ ਟਰੈਵਲ ਕਰ ਸਕਦੇ ਆ। ਸਰ ਪਰ ਕਈ ਆ ਵੀ ਦੇਖਣ ਨੂੰ ਮਿਲ ਰਿਹਾ, ਕਈ ਸਟੂਡੈਂਟਸ ਜਾ ਵੀ ਰਹੇ ਨੇ ਕੈਨੇਡਾ, ਜਿਸ ਤਰ੍ਹਾਂ ਮਤਲਬ ਕਈਆਂ ਦੇ ਜਿਨ੍ਹਾਂ ਦੇ ਵੀਜ਼ੇ ਆਏ ਹੋਏ ਸੀਗੇ ਜਾਂ ਹੁਣ ਕਿਸੇ ਦੇ ਵੀਜ਼ੇ ਰੁਕੇ ਹੋਏ ਆਏ ਨੇ, ਉਹ ਕੈਨੇਡਾ ਹਜੇ ਵੀ ਜਾ ਰਹੇ ਨੇ, ਕੋਈ ਫਲਾਈਟਸ ਦੇ ਰਾਹੀਂ ਪਹੁੰਚ ਰਹੇ ਨੇ ਕੈਨੇਡਾ। ਦੇਖੋ, ਜਿਹੜੇ ਬੱਚੇ ਟਰੈਵਲ ਕਰ ਰਹੇ ਆ ਉਹ ਸਟੂਡੈਂਟਸ ਹੈ ਜਿਨ੍ਹਾਂ ਦਾ ਵੀਜ਼ਾ 18 ਮਾਰਚ ਤੋਂ ਪਹਿਲਾਂ ਆਇਆ ਸੀਗਾ। ਪਰ ਇਹਦੇ ਨਾਲ ਮੈਂ ਤੁਹਾਨੂੰ ਛੋਟੀ ਜਿਹੀ ਹੋਰ ਵੀ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦਾ ਕਿ ਕੈਨੇਡਾ ਦੇ ਵਿੱਚ ਹੋ ਕੀ ਰਿਹਾ ਹੈ। ਨੋ ਡਾਊਟ ਜਾ ਰਹੇ ਹੈ, ਐਡ ਆ ਰਹੀ ਹੈ, TV ਤੇ ਦਿਖਾ ਰਿਹਾ ਹੈ, ਬੱਚਾ ਕਰ ਰਿਹਾ ਹੈ। ਇੱਕ ਅਲੱਗ ਤੋਂ ਮਾਰਕੀਟ ਵੀ ਹੈ ਕਿ ਬਹੁਤ ਸਾਰੇ ਬੱਚੇ ਵਾਪਸ ਵੀ ਆ ਰਹੇ ਹੈ। ਉਹ ਵਾਪਸ ਕਿਹੜੇ ਆ ਰਹੇ ਹੈ? ਪੰਜਾਬ ਦਾ ਬੱਚਾ ਹਰ ਚੀਜ਼ ਦਾ ਇੱਕ ਕਹਿ ਦਿਓ, ਇੱਕ ਸਟੂਡੈਂਟ ਜਿਹੜਾ ਉਹਨੂੰ ਮਿਸਯੂਜ਼ ਤਰੀਕੇ ਨਾਲ ਕਰ ਰਿਹਾ ਹੈ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਤੁਹਾਡੇ ਕੋਲ ਅਗਰ ਸਪੋਰਟ ਲੈਟਰ ਹੈ। ਹੁਣ ਇਹ ਲਾਸਟ ਵੈਬੀਨਾਰ ਦੇ ਵਿੱਚ ਡਿਸਕਸ਼ਨ ਹੋਇਆ, ਹਾਈ ਕਮਿਸ਼ਨ ਦੇ ਵੀਜ਼ਾ ਆਫਿਸਰ ਨੇ ਕਿਹਾ, ਉਹਨਾਂ ਨੇ ਪੁੱਛਿਆ ਕਿ ਸਟੂਡੈਂਟ ਜਿਹੜਾ ਹੈਗਾ ਉਹ ਟਰੈਵਲ ਕਰ ਰਿਹਾ ਵਿਦ ਸਪੋਰਟ ਲੈਟਰ ਦੇ ਨਾਲ। ਪਹਿਲਾਂ ਹਾਈ ਕਮਿਸ਼ਨ ਨੇ ਕਿਹਾ ਕਿ ਤੁਹਾਡੇ ਕੋਲ ਸਪੋਰਟ ਲੈਟਰ ਹੋਣੀ ਚਾਹੀਦੀ ਹੈ। ਉਹ ਸਪੋਰਟ ਲੈਟਰ ਕਾਲਜ ਲਿਖ ਕੇ ਦੇਵੇ ਕਿ ਤੁਸੀਂ ਕੋਰਸ ਇੰਡੀਆ 'ਚ ਨਹੀਂ ਕਰ ਸਕਦੇ। ਤਾਂ ਕਾਲਜ ਜਿਹੜਾ ਉਹਨਾਂ ਸਟੂਡੈਂਟ ਨੂੰ ਸਪੋਰਟ ਲੈਟਰ ਦੇ ਰਿਹਾ ਸੀ, ਬੱਚੇ ਟਰੈਵਲ ਕਰ ਰਹੇ ਸੀਗੇ। ਬੱਚਿਆਂ ਨੇ ਕੀ ਕੀਤਾ ਜਾਂ ਕੰਸਲਟੈਂਟ ਨੇ ਕੀ ਕੀਤਾ, ਕਾਲਜਸ ਨੂੰ ਮੇਲ ਪਾਉਣ ਲੱਗ ਗਏ ਕਿ ਸਾਡੇ ਘਰੇ ਇੰਟਰਨੈਟ ਨਹੀਂ ਹੈ। ਹੁਣ ਇੰਟਰਨੈਟ ਨਾ ਹੋਣ ਦੀ ਵਜ੍ਹਾ ਨਾਲ, ਕੋਈ ਸਾਰੀ ਪੜ੍ਹਾਈ ਤਾਂ ਆਨਲਾਈਨ ਹੈ, ਇੰਟਰਨੈਟ ਨਾ ਹੋਣ ਦੀ ਵਜ੍ਹਾ ਦੇ ਨਾਲ ਉਹ ਕਾਲਜ ਤੋਂ ਸਪੋਰਟ ਲੈਟਰ ਮਿਲਣ ਲੱਗ ਗਿਆ। ਜਦੋਂ ਸਪੋਰਟ ਲੈਟਰ ਮਿਲਿਆ ਤਾਂ ਹਰ ਦੂਜਾ ਬੰਦਾ ਕੈਨੇਡਾ ਏਅਰਪੋਰਟ ਉਤਰ ਕੇ ਕਹਿੰਦਾ ਮੇਰੇ ਘਰ ਇੰਟਰਨੈਟ ਨਹੀਂ ਹੈ ਜੀ। ਉਹ ਸਟੂਡੈਂਟ ਨੂੰ ਹੁਣ ਉੱਥੇ ਇਮੀਗ੍ਰੇਸ਼ਨ ਤੋਂ ਵਾਪਸ ਭੇਜੋ, ਕਹਿੰਦੇ ਤੁਸੀਂ ਅਗਰ 2-3 ਹਜ਼ਾਰ ਦਾ ਇੰਟਰਨੈਟ ਨਹੀਂ ਲਗਵਾ ਸਕਦੇ, ਤੁਸੀਂ 9 ਲੱਖ ਰੁਪਏ ਸਾਲ ਦੀ ਫੀਸ ਕਿੱਥੋਂ ਭਰੋਗੇ? ਤਾਂ ਇੱਕ ਇਹ ਵੀ ਨਾਲ ਮਾਰਕੀਟ ਦੇ ਵਿੱਚ ਹੈ ਕਿ ਜਿਹੜੇ ਬੱਚੇ ਜਾ ਰਹੇ, ਨੋ ਡਾਊਟ ਜਾ ਰਹੇ, ਕੌਣ ਜਾ ਰਹੇ? 18 ਮਾਰਚ ਤੋਂ ਪਹਿਲਾਂ ਵਾਲੇ ਜਾ ਰਹੇ। ਬਟ ਇਹ ਵੀ ਇੱਕ ਸੱਚਾਈ ਹੈ ਕਿ ਸਾਰੇ ਬੱਚੇ ਇਮੀਗ੍ਰੇਸ਼ਨ ਨਹੀਂ ਕਲੀਅਰ ਕਰ ਰਹੇ। ਇਮੀਗ੍ਰੇਸ਼ਨ ਕੌਣ ਕਲੀਅਰ ਕਰੇ? ਜਿਨ੍ਹਾਂ ਕੋਲ ਜੈਨੂਅਨ ਸਪੋਰਟ ਲੈਟਰ ਹੈ। ਔਰ ਇਹਦੇ ਵਿੱਚ ਵੀਜ਼ਾ ਆਫਿਸਰ ਨੇ ਐਡਰੈਸ ਕਰਕੇ ਲਿਖਿਆ ਕਿ ਵਿਦਾਊਟ ਇੰਟਰਨੈਟ ਦੇ ਕਾਰਨ ਤੁਸੀਂ ਅਗਰ ਆਪਣਾ ਰੀਜ਼ਨ ਲੈ ਕੇ ਏਅਰਪੋਰਟ ਆਉਂਗੇ ਤਾਂ ਸ਼ਾਇਦ ਤੁਹਾਨੂੰ ਵਾਪਸ ਡਿਪੋਰਟ ਕਰ ਦੇਣਗੇ। ਸੋ ਮਤਲਬ ਮਾਰਕੀਟ 'ਚ ਇੰਨਾ ਏਜੰਟਾਂ ਨੇ ਬੁਰਾ ਹਾਲ ਕੀਤਾ ਹੋਇਆ, ਮਤਲਬ ਕਿ ਬੱਚਿਆਂ ਨੂੰ ਇੱਦਾਂ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ। ਨਹੀਂ ਦੇਖੋ, ਇਹ ਦੋਨੋਂ ਪਾਸੇ ਗਲਤੀ, ਬੱਚੇ ਦੀ ਵੀ ਗਲਤੀ ਹੈ ਕਿਉਂਕਿ ਉਹਨੂੰ ਵੀ ਉਤਸੁਕਤਾ ਹੁੰਦੀ ਹੈ ਮੈਂ ਬਾਹਰ ਜਾਵਾਂ। ਉਹਨੂੰ ਕਹਿੰਦੇ ਤੇਰੇ ਕੋਲ 18 ਮਾਰਚ ਤੋਂ ਪਹਿਲਾਂ ਵੀਜ਼ਾ ਹੈ, ਕੋਈ ਗੱਲ ਨਹੀਂ, ਤੂੰ ਕਾਲਜ ਨੂੰ ਮੇਲ ਪਾ, ਲਿਖ ਦੇ ਮੈਨੂੰ। ਕਿਉਂਕਿ ਬੱਚੇ ਨੂੰ ਕਿਹਨੇ ਦੱਸਿਆ ਕਿ ਇੰਟਰਨੈਟ ਵਾਲਾ ਪੰਗਾ ਹੈ? ਇਹ ਤਾਂ ਕੰਸਲਟੈਂਟ ਨੇ ਦੱਸਿਆ। ਤੇ ਅੱਜ ਉਹੀ ਕੰਸਲਟੈਂਟ ਨੂੰ ਕਹਿੰਦਾ ਲੈਟਰ ਦੇ, ਉਹ ਲੈਟਰ ਲੈ ਕੇ ਬੱਚਾ ਚੜ੍ਹਦਾ, ਉੱਥੇ ਨਹੀਂ ਪਹੁੰਚਦਾ, ਵਾਪਸ ਆਉਂਦਾ, ਕਹਿੰਦਾ ਮੈਂ ਤਾਂ ਤੈਨੂੰ ਕਿਹਾ ਸੀਗਾ ਕਿ ਤੇਰੀ ਜ਼ਿੰਮੇਵਾਰੀ ਹੈ। ਤਾਂ ਮੈਂ ਉਹ ਸਾਰੇ ਸਟੂਡੈਂਟ ਕਹਿਣਾ ਚਾਹੁੰਦਾ ਜਿਨ੍ਹਾਂ ਦਾ ਵੀਜ਼ਾ ਆ ਗਿਆ, ਇੰਡੀਆ ਬੈਠਣ, ਆਨਲਾਈਨ ਸਟੱਡੀ ਕਰਨ ਜਾਂ ਆਪਣੇ ਇੰਟੇਕ ਨੂੰ ਡੈਫਰ ਕਰਨ। ਇੰਟਰਨੈਟ ਵਾਲੀ ਸਪੋਰਟ ਲੈਟਰ ਦੇ ਨਾਲ ਬੱਚਾ ਇਮੀਗ੍ਰੇਸ਼ਨ ਨਹੀਂ ਕਲੀਅਰ ਕਰ ਸਕਦਾ ਹੈ। ਤਾਂ ਇਹ ਸਨ ਸਾਡੇ ਨਾਲ ਵਿਜ਼ਨ ਗਰੁੱਪ ਤੋਂ ਹਨੀਸ਼ ਉੱਪਲ ਜੀ, ਜਿਨ੍ਹਾਂ ਨੇ ਦੱਸਿਆ ਕਿ ਹੁਣ ਜਿਸ ਤਰ੍ਹਾਂ ਏਜੰਟਾਂ ਦੀ ਐਡ ਕੈਨੇਡਾ UK ਤੋਂ ਬਦਲ ਕੇ ਆਸਟ੍ਰੇਲੀਆ ਦੀ ਆਈ ਹੈ, ਉਹ ਕਿਹੜੇ ਏਜੰਟਸ ਨੇ, ਕੌਣ
ਕਿਉਂ ਉਹ ਆਪਣੀ ਐਡ ਬਦਲ ਕੇ ਹੁਣ ਲੋਕਾਂ ਦਾ ਰੁਝਾਨ ਆਸਟ੍ਰੇਲੀਆ ਵੱਲ ਵਧਾਉਣਾ ਚਾਹੁੰਦੇ ਨੇ, ਤੇ ਉਹਨਾਂ ਵਾਸਤੇ ਵੀ ਹਨੀਸ਼ ਜੀ ਨੇ ਦੱਸਿਆ ਕਿ ਜਿਹੜੇ ਬੱਚਿਆਂ ਦੇ ਕੋਲ 18 ਮਾਰਚ ਤੋਂ ਪਹਿਲਾਂ ਦਾ ਵੀਜ਼ਾ, ਉਹ ਕਿਸੇ ਏਜੰਟ ਦੀ ਗੱਲ ਦੇ ਵਿੱਚ ਆ ਕੇ ਕੈਨੇਡਾ ਵੱਲ ਨਾ ਜਾਣ, ਉਹਨਾਂ ਨੂੰ ਉੱਥੋਂ ਇਮੀਗ੍ਰੇਸ਼ਨ ਤੋਂ ਵਾਪਸ ਵੀ ਭੇਜਿਆ ਜਾ ਸਕਦਾ। ਕੈਨੇਡਾ ਦੀ ਧਰਤੀ ਤੇ ਪੈਰ ਰੱਖਣ ਤੋਂ ਪਹਿਲਾਂ ਹੀ ਉਹਨਾਂ ਨੂੰ 에ਅਰਪੋਰਟ ਤੋਂ ਵਾਪਸ ਡਿਪੋਰਟ ਵੀ ਕੀਤਾ ਜਾ ਸਕਦਾ। ਤਾਂ ਵਧੇਰੇ ਅਪਡੇਟਸ ਜੀ ਸਾਡੇ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਰਮਜੀਤ ਸਿੰਘ, ਕੈਮਰਾਮੈਨ ਸਤਵੰਤ ਪਠਾੜੂ ਦੇ ਨਾਲ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।